दर्शन करके जी पापी जीव करोड़ा तर गए। दर्शन करके जी दर्शन करके जी पापी जीव करोड़ा तर गए। दर्शन करके जी पापी जीव करोड़ा तर गए। कुदरत करिश्मा धन धन जिन्हां दी पावन पवित्र निगी गोद विच आपां इकट्ठे होए हैं। अज तीसरा दीवान है। आप उत्तम कर्मां वाले हो, जिन्हों कलयुग के अंदर रबी गुरु नानक दा दर्शन दीदार गुरबाणी दे लाहे एक मन चित हो के सतगुरु की अमृत बाणी कथा जिहड़ी कथा है जद इहनूं आपां सुणदे हां, सुनाउण वाले दा भी मन हाजिर होवे, सुनने वाले दा भी होवे। पांडवां तो बाद राजा परीक्षित गद्दी ते आया, जिसनूं ये श्राप मिलिया। साधुआं दे नाल उहने पिक्चर की, मखौल किया, उन्हां दी गल विच सर्प पाता। उन्हां दे सेवक नूं जद पता लग्या, उन्हें श्राप देता भी 8वें नूं सर्प दी मौत ही मरेगा। जिस वेले उन्हें जाके आपदा मुकुट ला के रखिया, वो मुकुट दे उत्ते कलयुग व्यापिया सी। उन्होंने सोझी आ गई भी ओहो मैं गलती की, बहुत भारी। वो महापुरुषों के चरणों ते आके डिग पिया, बाबा जी बख्शो। वो कहते बख्शिया तां जावेगा, हुण 8 दिन ने तेरे कोले, बहुता समा तो है नहीं, ऐ तो है नहीं भी तू बाणी पढ़ सेवा कर। 8 ही दिन ने दुनिया नूं छड्ड जाना। हुण तेरे कोले एक चीज रहेगी, तू सरवण कर ले श्रीमद भागवत पुराण। 18 पुराणा चों श्रोमणी है। मैं ये शब्द क्यों बोले ने, इहदे ध्यान देने। जिस वेले राजे परीक्षित ने बेनती करी भी की सुना, कहंदे श्रीमद भागवत पुराण। ठीक है जी, सुनाउण वाले कहंदे सुनाउण वाले सखदेव जी, वेद व्यास का पुत्र ब्रह्म ज्ञानी। कहंदे 7 वचन। नदी के किनारे ते पिपल के थले बह गया, सुनने लग गया। देखो ने इंतजाम किन्ने कीते। पहला तो सपेरे कढ़ा ले,
ਸਰਪ ਦੀ ਮੌਤ ਮੰਨਣਾ, ਬੰਗਾਲੇ ਕਢਾਤੇ, ਬੀਨ ਵਜੂਗੀ, ਜਿਹੜਾ ਸਰਪ ਆਊਗਾ ਉਹ ਇਹਨੂੰ ਮਾਰੂਗਾ। ਫਿਰ ਜ਼ਹਿਰ ਪਾਤੀ ਦੁੱਧਾਂ 'ਚ, ਯਤਨ ਬੜੇ ਕਰੇ, ਕਦੇ ਇੱਧਰ ਦੇਖਦਾ ਕਦੇ ਉੱਧਰ ਦੇਖਦਾ। ਸੁਖਦੇਵ ਜੀ ਕਥਾ ਕਰਦੇ ਕਰਦਿਆਂ ਨੇ ਉਹਦੇ ਤੇ ਰਮਾਲਾ ਪਾਤਾ, ਭਾਗਵਤ ਤੇ ਬਹਿ ਗਏ ਚੁੱਪ ਕਰਕੇ। ਸੁਖਦੇਵ ਜੀ ਵੱਲ ਦੇਖ ਕੇ ਕਹਿੰਦਾ, ਰਾਜਾ ਪ੍ਰੀਸ਼ਤ, ਉਹ ਕਹਿੰਦਾ ਜੀ ਤੁਸੀਂ ਕਥਾ ਕਿਉਂ ਬੰਦ ਕਰਤੀ? ਇਹ ਕਥਾ ਨੇ ਤਾਂ ਮੈਨੂੰ ਮੁਕਤ ਕਰਨਾ ਹੈ। ਰਾਜਾ ਪ੍ਰੀਸ਼ਤ ਨੂੰ ਸੁਖਦੇਵ ਜੀ ਕਹਿੰਦੇ ਨੇ, ਮੈਂ ਪਹਿਲੇ ਦਿਨ ਵੀ ਬੇਨਤੀ ਕਰੀ ਸੀ ਬਈ ਆਪਣੇ ਖਿਆਲਾਂ ਨੂੰ ਬਾਹਰੋਂ ਰੋਕ ਕੇ ਰੱਖੋ ਤਾਂ ਆਨੰਦ ਆਊਗਾ। ਜਿਹੜੀ ਮੈਂ ਹੁਣ ਤੁਹਾਡੀ ਕਿਰਪਾ ਨਾਲ, ਸਤਿਗੁਰੂ ਦੀ ਰਹਿਮਤ ਨਾਲ ਤੁਹਾਨੂੰ ਇਹ ਸ਼ਬਦ ਦੇ ਅਰਥ ਦੱਸਣ ਲੱਗਿਆ, ਬੜੇ ਗਹਿਰੇ ਨੇ। ਉਹ ਕਹਿੰਦੇ ਕਥਾ ਕਿਹਨੂੰ ਸੁਣਾਵਾਂ? ਕੰਧਾਂ ਨੂੰ? ਕਿਹਨੂੰ ਸੁਣਾਵਾਂ? ਸਰੋਤਾ ਤਾਂ ਤੂੰ ਹੈ, ਤੂੰ ਹੈ ਨਹੀਂ, ਕਦੇ ਇੱਧਰ ਦੇਖਦਾ ਕਦੇ ਉੱਧਰ ਦੇਖਦਾ। ਹੁਣ ਇੱਕ ਦ੍ਰਿਸ਼ਟਾਂਤ ਦਿੰਦੇ ਨੇ, ਕਹਿੰਦੇ ਐਂ ਦੱਸ, ਇੱਕ ਰਾਜਾ ਘੋੜੇ ਤੇ ਚੜ੍ਹ ਕੇ ਸ਼ਿਕਾਰ ਖੇਡਣ ਗਿਆ, ਉਹਨੂੰ ਹਨੇਰਾ ਹੋ ਗਿਆ ਸ਼ਿਕਾਰ ਖੇਡਦੇ ਨੂੰ। ਜਦ ਉਹਨੇ ਪਿੱਛਾ ਮੁੜ ਕੇ ਦੇਖਿਆ, ਨਾਲ ਕੋਈ ਵਜ਼ੀਰ ਨਹੀਂ, ਕੋਈ ਫੌਜ ਨਹੀਂ, ਕੱਲਾ ਰਾਜਾ ਹੈ। ਜਾਂ ਘੋੜਾ ਮੋੜਿਆ, ਡਰ ਗਿਆ, ਜੰਗਲ ਦਾ ਏਰੀਆ। ਸੋਚਦਾ ਵੀ ਮੈਂ ਜਾਵਾਂ ਕਿੱਥੇ, ਕਿੱਥੇ ਜਾਵਾਂ। ਅਖੀਰ ਸਾਹਮਣੇ ਇੱਕ ਦੀਵਾ ਜਲਦਾ ਨਜ਼ਰ ਆਇਆ, ਬੱਤੀ। ਉੱਥੇ ਚਲਿਆ ਗਿਆ, ਦਰਾਂ ਤੇ ਜਾ ਕੇ ਆਵਾਜ਼ ਦਿੱਤੀ, ਪਿਆਰਿਓ ਗੇਟ ਖੋਲੋ। ਉਹ ਜਿਹੜਾ ਮਾਲਕ ਮਕਾਨ ਸੀ ਬਾਹਰ ਆ ਗਿਆ। ਜਦੋਂ ਨੇ ਦੇਖਿਆ ਵੀ ਕੋਈ ਘੋੜੇ ਤੇ ਚੜਿਆ, ਉਹਨੇ ਐਂ ਦੱਸਿਆ ਵੀ ਮੈਂ ਰਾਜਾ। ਉਹ ਕਹਿੰਦਾ ਵੀ ਗੁਰਮੁਖਾ, ਮੈਨੂੰ ਰਾਤ ਕੱਟ ਲੈਣ ਦੇ, ਅੱਜ ਦੀ ਰਾਤ ਕਟਾ ਦੇ। ਉਹ ਕਹਿੰਦਾ ਵੀ ਅੱਜ ਦੀ ਰਾਤ ਤੈਨੂੰ ਕਿਵੇਂ ਕਟਾ ਦਾਂ? ਨਾ ਰਿਸ਼ਤੇਦਾਰੀ ਚੋਂ, ਨਾ ਮਿੱਤਰ ਦੋਸਤਾਂ ਚੋਂ, ਇਹ ਗੱਲ ਕਿਵੇਂ ਬਣੂ? ਸ਼ਾਸਤਰ ਦਾ ਕਥਨ ਹੈ, ਅਨੋਬੜ ਬੰਦੇ ਨੂੰ ਘਰੇ ਨਹੀਂ ਰੱਖੀਦਾ, ਮੈਂ ਤੈਨੂੰ ਜਾਣਦਾ ਹੀ ਨਹੀਂ। ਉਹਨੇ ਤਰਲੇ ਪਾਏ, ਮਿੰਨਤਾਂ ਕੀਤੀਆਂ। ਅਖੀਰ ਉਹ ਮਾਲਕ ਮਕਾਨ ਨੂੰ ਤਰਸ ਆ ਗਿਆ। ਉਹ ਕਹਿੰਦਾ ਚੰਗਾ, ਇੱਕ ਗੱਲ ਹੈ, ਭੋਜਨ ਛਕ ਲੈ, ਪਰ ਮੈਂ ਆਪ ਦੇ ਪਰਿਵਾਰ 'ਚ ਨਹੀਂ ਤੈਨੂੰ ਪਾਉਣਾ। ਇੱਥੋਂ ਥੋੜੀ ਦੂਰ ਮੇਰਾ ਇੱਕ ਗੋਦਾਮ ਹੈ, ਮੈਂ ਚੰਮ ਦਾ ਕੰਮ ਕਰਦਾ, ਚੰਮ ਦਾ। ਉਹਦੇ ਵਿੱਚੋਂ ਚੰਮ ਲੈ ਕੇ ਅੱਜ ਚਲੇ ਗਏ, ਮੰਜੀ ਦਾ ਹੁਣ ਜਿੰਨਾ ਥਾਂ ਹੈ ਉੱਥੇ ਪੈ ਜਾ। ਜਿਹੜਾ ਰਾਜਾ ਮਿੰਟ ਮਿੰਟ ਤੇ ਸੈਂਟ ਅਤਰ ਛਿੜਕਦਾ ਸੀ, ਉਹ ਚੰਮ ਦੇ ਕਮਰੇ 'ਚ ਆ ਕੇ ਪੈ ਗਿਆ। ਮਜਬੂਰੀ ਸੀ। ਜਦ ਦਿਨ ਚੜਿਆ, ਦਿਨ ਚੜ੍ਹਦੇ ਨੂੰ ਸੁਖਦੇਵ ਜੀ ਕਹਿੰਦੇ ਨੇ, ਕਹਿੰਦੇ ਜੇ ਉਹ ਰਾਜਾ ਮਕਾਲ ਮਾਲਕ ਨੂੰ ਇਹ ਕਹੇ ਬਈ ਮੈਂ ਨਹੀਂ ਜਾਣਾ, ਤੂੰ ਕੌਣ ਹੈ ਮੈਨੂੰ ਇੱਥੋਂ ਕੱਢਣ ਵਾਲਾ, ਮੈਂ ਇਸ ਇਲਾਕੇ ਦਾ ਰਾਜਾ, ਇਉਂ ਦੱਸ ਉਹ ਰਾਜਾ ਸਿਆਣਾ ਹੈ ਕਿ ਜਾਂ ਮੂਰਖ ਹੈ? ਜੋ ਦਿਨ ਚੜੇ ਕਹੇ ਬਈ ਮੈਂ ਨਹੀਂ ਕਮਰੇ 'ਚੋਂ ਜਾਣਾ, ਮੇਰਾ ਏਰੀਆ, ਮੇਰਾ ਰਾਜ ਹੈ, ਤੂੰ ਕੌਣ ਹੈ? ਉਹ ਪ੍ਰੀਸ਼ਤ ਕਹਿੰਦਾ ਜੀ ਮੂਰਖ ਨਹੀਂ, ਮਹਾਮੂਰਖ ਹੈ, ਮਹਾਮੂਰਖ। ਕਿਉਂ? ਉਹ ਕਹਿੰਦਾ ਰਾਤ ਨੂੰ ਤਾਂ ਮਿੰਨਤਾਂ ਕਰਦਾ, ਸਵੇਰ ਨੂੰ ਕਹਿੰਦਾ ਬਈ ਮੈਨੂੰ ਇੱਥੋਂ ਕੌਣ ਹੈ ਕੱਢਣ ਵਾਲਾ। ਸੁਖਦੇਵ ਜੀ ਕਹਿੰਦੇ ਤੂੰ ਵੀ ਮਹਾਮੂਰਖ ਹੈ।
ਜਦੋਂ ਮਾਤਾ ਦੇ ਗਰਭ ਵਿੱਚ ਪੁੱਠਾ ਲੜਕਦਾ ਸੀ ਤੂੰ ਵੀ ਅਰਦਾਸਾਂ ਕੀਤੀਆਂ ਵੀ ਮਨੁੱਖਾ ਜਨਮ ਦੇ ਦੇ। ਜਦ ਮਨੁੱਖਾ ਜਨਮ ਲੈ ਲਿਆ ਹੁਣ ਤੈਨੂੰ ਹੁਕਮ ਹੋ ਗਿਆ ਵੀ ਇਹਨੂੰ ਛੱਡ ਕੇ ਚਲਿਆ ਜਾ, ਹੁਣ ਲੱਤਾਂ ਅੜਾ ਕੇ ਬਹਿਣੇ ਵੀ ਜਾਣਾ ਨਹੀਂ, ਇੱਥੇ ਹੀ ਰਹਿਣੇ। ਉਹ ਪਿਆਰੇ ਤੇਰੇ ਨਾਲ ਜਾਣਾ ਸਤ ਸੰਗਤ ਕਰਿਆ, ਤੇਰੇ ਨਾਲ ਜਾਣਾ ਨਾਮ ਜਪਿਆ, ਤੇਰੇ ਨਾਲ ਜਾਣਾ ਸੇਵਾ ਕੀਤੀ। ਬਾਕੀ ਦੇ ਜਿੰਨੇ ਕੰਮ ਨੇ ਅਵਰ ਕਰਮ ਜਿੰਨੇ ਕੰਮ ਦੇਖਦਾ ਸਭ ਦੁਨੀਆ ਦੇ ਭਾਦਾ ਕਰਦਾ, ਇਹ ਬੇਅਰਥ ਨੇ। ਇਸ ਕਰਕੇ ਆਪਾਂ ਨੂੰ ਮਿਲਿਆ ਮਨੁੱਖਾ ਜਨਮ। ਆਪਾਂ ਮਨੁੱਖਾ ਜਨਮ ਨੂੰ ਸਫਲ ਕਰਨਾ ਗੁਰਬਾਣੀ ਸੁਣ ਕੇ। ਇਹ ਨਹੀਂ ਵੀ ਆਪਾਂ ਕਦੇ ਉਧਰ ਦੇਖੀਏ ਕਦੇ ਇੱਧਰ ਦੇਖੀਏ, ਐ ਸਾਜਿਓ ਵੀ ਆਉਣ ਵਾਲੇ ਨੂੰ ਐ ਪਤਾ ਲੱਗੇ ਬਈ ਇਹ ਕਿਵੇਂ ਬੈਠਾ, ਸਵਾਸ ਹੈਗੀ ਇਹਦੇ ਚ ਕਿ ਨਹੀਂ ਹੈ। ਐਸੀ ਬਿਰਤੀ ਹੋ ਜੇ। ਜਦ ਆਪਾਂ ਤਿੰਨ ਚੀਜ਼ਾਂ, ਹੁਣ ਆਪਾਂ ਕਈ ਗੁਰਸਿੱਖੇ ਕਹਿੰਦੇ ਆ ਕਿ ਸਾਡਾ ਜੀ ਮਨ ਨਹੀਂ ਜੁੜਦਾ। ਮਨ ਤਾਂ ਨਹੀਂ ਜੁੜਦਾ, ਚਾਹੇ ਹਿੰਦੂ ਹੋ, ਚਾਹੇ ਈਸਾਈ ਹੋ, ਚਾਹੇ ਮੁਸਲਮਾਨ ਹੋ, ਚਾਹੇ ਸਿੱਖ ਹੋ। ਤਿੰਨ ਚੀਜ਼ਾਂ ਹਰ ਇੱਕ ਦੇ ਵਿਰਸੇ 'ਚ ਨੇ, ਦੇਸ਼, ਕਾਲ ਤੇ ਵਸਤੂ। ਦੇਸ਼ ਕਿਹੜਾ ਹੈ? ਜਦ ਆਪਾਂ ਨਿਤਨੇਮ ਕਰਦੇ ਆਂ, ਬਾਣੀ ਪੜ੍ਹਦੇ ਆਂ, ਨਾਮ ਜਪਦੇ ਆਂ, ਉਦੋਂ ਇਹ ਦੇਖੋ ਵੀ ਦੇਸ਼ ਕਿਹੜਾ ਹੈ। ਹੁਣ ਆਪਾਂ ਇੱਥੇ ਆ ਗਏ, ਦੇਸ਼ ਹੈ ਅਕਾਲ ਪੁਰਖ ਦਾ, ਆ ਨਹੀਂ ਜਗ੍ਹਾ। ਆਪਣਾ ਜਗ੍ਹਾ ਨਾਲ ਕੋਈ ਮਤਲਬ ਨਹੀਂ। ਦੇਸ਼ ਕਿਹੜਾ ਹੈ? ਅਲਾਹੀ ਵਾਹਿਗੁਰੂ ਦਾ ਦੇਸ਼ ਹੈ, ਉਹਦੇ ਦੇਸ਼ 'ਚ ਬੈਠੇ ਆ। ਕਾਲ, ਕਾਲ ਮੈਨੇ ਸਮਾਂ, ਸਮਾਂ ਘੜੀ ਵੱਲ ਦੇਖਣਾ ਵੀ ਕਿੰਨਾ ਕੁ ਲਾਉਣਗੇ, ਅਜੇ ਹੋਰ ਕਿੰਨਾ ਪਿੱਛੇ ਲੱਗ ਗਿਆ, ਕੋਈ ਪਤਾ ਨਾ ਲੱਗੇ। ਹੁਣ ਤੀਜੀ ਵਸਤੂ ਹੈ ਵੀ ਇੱਥੋਂ ਕਿਹੜਾ ਚੱਕ ਕੇ ਲੈ ਗਿਆ ਤੇ ਕਿਹੜਾ ਰੱਖ ਗਿਆ, ਇਹ ਵੀ ਪਤਾ ਨਾ ਲੱਗੇ। ਗੁਰਸਿੱਖੋ ਪਿਆਰਿਓ, ਜਦ ਤਿੰਨ ਚੀਜ਼ਾਂ ਦੇ ਉੱਤੇ ਪਹਿਰਾ ਦੋਗੇ ਉਸੇ ਵੇਲੇ ਮਨ ਦੀ ਸਮਾਧੀ ਲੱਗ ਜੇਗੀ। ਜਿੰਨਾ ਚਿਰ ਤਿੰਨ ਚੀਜ਼ਾਂ ਭਾਸਦੀਆਂ ਨੇ ਉਹਨਾਂ ਚਿਰ ਮਨ ਨਹੀਂ ਜੁੜਦਾ। ਮਨ ਤਾਂ ਹੀ ਨਹੀਂ ਜੁੜਦਾ, ਮਨ ਸਾਡੇ ਖੰਡਾ ਦੇ ਵਿੱਚ ਹੋਇਆ ਪਿਆ, ਕਈ ਤਰ੍ਹਾਂ ਦੇ ਕਤਰੇ ਜ਼ਰਰੇ ਟੁਕੜੇ ਹੋਏ ਪਏ ਨੇ। ਹੁਣ ਇਕੱਠਾ ਕਰੂ ਗੁਰੂ ਰੂਪੀ ਚੁੰਬਕ, ਗੁਰੂ ਦੇ ਸ਼ਬਦ ਨੇ, ਚੁੰਬਕ ਨੇ, ਇਹਦੇ ਡਿਗੜੇ ਹੋਏ ਕਤਰਿਆਂ ਨੂੰ, ਇਹਦੇ ਡਿਗੇ ਹੋਏ ਟੁਕੜਿਆਂ ਨੂੰ ਐਂ ਖਿੱਚ ਲੈਣਾ ਜਿਵੇਂ ਚੁੰਬਕ ਲੋਹੇ ਨੂੰ ਖਿੱਚ ਲੈਂਦਾ। ਆਓ ਅਰਦਾਸ ਕਰੀਏ। ਸੁਣੋ ਬਨੰਤੀ ਠਾਕਰ ਮੇਰੇ, ਜੀ ਜੰਤ ਤੇਰੇ ਧਾਰੇ। ਇਹ ਵਾਹਿਗੁਰੂ ਆ ਜਿੰਨੇ ਜੀ ਜੰਤ ਨੇ ਇਹ ਸਭ ਤੇਰੇ ਨੇ। ਰਾਖ ਪੈਜ ਨਾਮ ਆਪਣੇ ਕੀ, ਕਰਨ ਕਰਾਵਣ ਹਾਰੇ। ਪ੍ਰਭ ਜੀਓ ਖਸਮਾ ਨਾ ਕਰ ਪਿਆਰੇ, ਬਰਾਬਰੀ ਨਾ ਕਰ, ਬੁਰੇ ਭਲੇ ਹਮ ਥਾਰੇ। ਥਾਰੇ ਦਾ ਅਰਥ ਹੈ ਉਸ ਇਲਾਕੇ ਦੀ ਬੋਲੀ ਹੈ ਵੀ ਤੇਰੇ ਆ, ਬੁਰੇ ਭਲੇ ਅਸੀਂ, ਚਾਹੇ ਬੁਰੇ ਆ ਚਾਹੇ ਭਲੇ ਆ। ਇੱਥੇ ਤੱਕ ਜਿਵੇਂ ਆਪਾਂ ਟੈਲੀਫੋਨ ਦੇ ਨੰਬਰ ਘੁਮਾਉਂਦੇ ਆ ਨਾ, ਇੱਥੇ ਤੱਕ ਅਰਦਾਸ ਹੈ, ਬੁਰੇ ਭਲੇ ਹਮ ਥਾਰੇ। ਹੁਣ ਇਦੋਂ ਅੱਗੇ ਕੰਮ ਹੈ ਪਰਮੇਸ਼ਰ ਦਾ। ਸੁਣੀ ਪੁਕਾਰ ਸਮਰੱਥ ਸੁਆਮੀ, ਸਮਰੱਥ ਸੁਆਮੀ ਨੇ ਪੁਕਾਰ ਸੁਣ ਲਈ ਸਾਡੀ। ਬੰਧਨ ਕਾਟ ਸਵਾਰੇ, ਸਾਡੇ ਬੰਧਨ ਕੱਟ ਤੇ। ਪਹਿਰ ਸਿਰ ਪਾਓ ਸੇਵਕ ਜਨ ਮੇਲੇ, ਉਹਨਾਂ ਨੂੰ ਐ ਮੇਲ ਦਿੰਦਾ। ਅਰਦਾਸ ਕਰੀਏ ਸੱਚੇ ਪਾਤਸ਼ਾਹ, ਅਸੀਂ ਭਾਵੇਂ ਬੁਰੇ ਆਂ ਭਲੇ ਆਂ, ਸਾਡੀਆਂ ਬੇਨਤੀਆਂ ਨੂੰ ਸੁਣੋ। ਸੁਣੋ ਬਨੰਤੀ ਜੀ ਠਾਕਰ ਮੇਰੇ, ਠਾਕਰ ਮੇਰੇ, ਸੁਣਿਓ ਬਨੰਤੀ ਜੀ
ठाकुर मेरे हाँ जी। सुनियो बनंती जी ठाकुर सुनियो बनंती जी हाँ जी। सुनियो बनंती जी ठाकुर मेरे सुनियो बनंती जी ठाकुर मेरे सुनियो बनंती सुनियो बनंती जी ठाकुर मेरे ठाकुर मेरे ठाकुर मेरे ठाकुर मेरे सुनो बनंती जी ठाकुर मेरे सुनो बनंती जी ठाकुर मेरे एक सुनियो बनंती जी सुनो बनंती ठाकर मेरे जी जंत तेरे धारे राख पैज नाम अपने की करण करावन हारे प्रभ जियो हसमा ना कर प्यारे। यह है अरदास, यह है बेनती। जदों दिलों की पुकार सुनदा आवाज सुनदा उदों ऐ चल के आउंदा संघासणा नूं छड्ड दिंदा। कृष्ण भगवान ने छड्डे नहीं सुदामे दे बदले। भाई गुरदास जी कहंदे सुदामे दे नाम सुन के आसन छड्ड के आए। 10वें पातशाह गोबिंद राय पटने की धरती ते अवतार होया, जिन्हां ने आ सारी प्रथा चलाई है, जिहड़ी संप्रदा चलाई, अमृत छकाया, ये सारा 10वें पातशाह का देन है। हुण उत्थे 9वें पातशाह तां अजे 2 राजियां की संधि कराउंदे ने। 2 राजे असाम दे वो 2 राजियां की संधि कराउंदे ने, जिन्हों अज गुरुद्वारा ढोबड़ी साहब कहंदे ने। 9वें पातशाह उत्थे ने, गोबिंद राय प्रगट हो गए, जिन्हां ने सारा शहर पटने का धन धन करदा, क्योंकि पटने शहर विखे भव लिओ। पटने दे विच अवतार होना, मामा
ਕਿਰਪਾਲ ਚੰਦ जी उदों सेवा ड्यूटी निभाउंदे। मैं पहले दिन भी एक गल कही सी भी गुरु नानक नूं पछाणिया राय बुलार ने ते गुरु कलगी वाले पातशाह नूं भीखम शाह जिहड़ा बहुत वड्डा सलाम धर्म दे विच फकीर सी, भीखम शाह वो जदों अपनी नवाज पढ़न लग्या उन्हें नवाज छिपदी वालों छड़ती चढ़दी वालों पढ़ती। जिहड़े उहदे सेवक सी मरीद सी वो कहंदे है, वो कहंदे गुरु जी अज बहुत गलती करती। वो कहंदे बच्चों पहली गल गुरु गलती नहीं करता, पर दसो की गल है। वो कहंदे जी तुहानू पता ही नहीं लग्या दिशा का, नवाज पढ़दे शिवदी वालों तुसी चढ़दी वालों पढ़ती। वो कहने ऐ दसो शिवदी वल खुदा है वाहिगुरु है, अज खुदा मनुखा जन्म धार के आ गया, मैं उन्होंने सिजदा कीता है। कहंदे वो कौन है? वो कहंदे गुरु तेग बहादुर दे घरे 10वां अवतार आया, चलो तुहानू खुदा दे दर्शन करावां जिहड़ा मनुखी जन्म च है। जोगी लोग जंगलों च बैठे ने समाधियां लाई, अकाल पुरख नहीं मिलता, चलो दिखावां। चले गए, इस्लाम धर्म का जोर है, बेनती की बई असी साहिबजादे दे दर्शन करने ने। मामा किरपाल चंद जी कहंदे दर्शन नहीं होने। क्यों जी? खबर है किसी ने इस्लाम धर्म दे ने भेजे होने। वो फकीर कहंदा मैनू नहीं किसी ने भेजिया, मैनू भेजिया अल्लाह ने, पर जिन्ना चिर दर्शन नहीं कराउंदे मैं अन्न जल नहीं सकता। बह गया, दृढ़ इरादा कर लिया, अखीर मनना पै गया मामे किरपाल चंद ते माता गुजरी साहब नूं। ये कोई फकीर है रहमत वाला, ऐ करो किते शराब ही ना दे जे, दर्शन कराओ। हुण गोबिंद राय पातशाह का पंघूड़ा पटने साहब पे है, संगत दर्शन करती है, उहदे च पाते पंघूड़े च है तो रब ही भावें बचपन है। भीखम शाह ने दूरों दर्शन किया, उहदा मन मन गया भी खुदा है। कोई बोले राम राम कोई खुदाए, कोई तेनू राम कहंदा है, कोई तेनू खुदा कहंदा है। जिहो जी भावना है उहा जिहा तू प्रगट हो जाना। भीखम शाह ने सतगुरु दे नेड़े जाके दोवें गोडे मूधे कर ले, मूधे करके पहले सिजदा किया, सजदा करके फिर अपने सेवका वालू हथ किया, उन्होंने 2 कुजियां फड़ातियां, फकीर ने हत्थां ते रख ली। कई विद्वानां दा कहना है किसे च दुध सी किसे च पानी, चलो वो तो विद्वानां दी रचना है। 2 कुजियां हत्थां ते दिसदियां ने, मूहरे करतियां। गोबिंद राय उस पंघूड़े च खेलते हैं, खेलदियां खेलदियां 5 7 10 मिनट बाद वो उमें कुजियां लई बैठा है। 10वें अवतार ने दोनों कुजियां ते अपने पवित्र हस्त कमल रखते, दोनों कुजियां ते उन्हें कुजियां तां परे करतियां। जिथे सिजदा करदा सी उथे स्टांड डंडौत करती, लम्मा पै के। लोग पुछदे ने पीर जी
की कारण है? वो कहता कारण की दसा, मैं तो ऐ सोच के आया सी ये रब है, ये खुदा है, ये किहड़े धर्म नूं उच्चा चकूगा, किहड़े धर्म की खैर मंगूगा। वो कहंदे की देखिया? वो कहंदा जां तां मैं पहला सुनिया सी भी गुरु नानक सारियां दा सांझा है, या फिर अज आपदे नेत्रा ना देखिया सारे संसार दा सतगुर है गोबिंद सांझा, सारे संसार दा सतगुर है गोबिंद सांझा। गोबिंद सांझा सारे सारे संसार दा वही सतगुर है गोबिंद सांझा, सारे संसार दा सतगुर है गोबिंद सांझा। सतगुर है गोबिंद सांझा, सतगुर है गोबिंद सांझा। सारे संसार दावे सतगुर है गोबिंद, सारे संसार दा सतगुर है गोबिंद सांझा। सतगुर है सतगुर है गोबिंद सांझा। आद निरंजन है गुरु नानक, सारे संसार का सांझा रहबर। मुसलमाना ने देखिया, ईसाइयां ने देखिया, सब ने देखिया भी साडा साडा, जिधर नजर गई साडा। गोविंद राय धन धन हो रही है। उत्थे एक बहुत बड़ा विद्वान, उहदा नाम सी पंडित शिवदित। वो रोज नदी के किनारे ते बह के समाधि लाउंदा, नितनेम करदा, धूफ जगाउंदा। वो कहंदा अज सारा पटना शहर कहंदा नरक नूं जावेगा, नरक नूं। वो कहंदे जी क्यों? कहंदे तां जाना है, छोटा जिहा बच्चा है, दुनिया दे लोग इहनूं अकाल पुरख वाहिगुरू कहंदे ने। मैं नहीं मनदा। इहो जी विद्वानां नूं मनाउणा बहुत औखा है। सेवक नूं मनाउणा सखाला जी ने सत वचन कहता, उदों अगे गल्ले कोई नहीं। जिहड़े कट्टड़वाद लोग जां जिहड़े
ਇਹੋ ਜਿਹੇ ਖਿਆਲਾਂ ਦੇ ਲੋਕ ਵੀ ਤਾਂ ਹੋ ਹੀ ਨਹੀਂ ਸਕਦਾ। ਉਹਨਾਂ ਨੂੰ ਵੀ ਚਮਤਕਾਰ ਦਿਖਾਉਂਦੇ ਨੇ। ਗੋਬਿੰਦ ਰਾਏ ਅਕਾਲ ਪੁਰਖ ਹੈ, ਵਾਹਿਗੁਰੂ ਹੈ। ਆਪ ਦੇ ਮੰਦਰ 'ਚ ਬੈਠਾ ਸਮਾਧੀ ਲਾਉਂਦਾ, ਕਹਿੰਦਾ ਜੀ ਅਕਾਲ ਪੁਰਖ ਵਾਹਿਗੁਰੂ ਹੈ, ਮੈਨੂੰ ਰਾਮ ਦੇ ਰੂਪ 'ਚ ਦਰਸ਼ਨ ਦੇਵੇ ਤਾਂ ਮੰਨੂ। ਸਮਾਧੀ ਲਾ ਕੇ ਬਹਿ ਗਿਆ। ਗੋਬਿੰਦ ਰਾਏ ਆਪਦੇ ਸਾਥੀਆਂ ਨੂੰ ਕਹਿੰਦੇ ਆ, ਨਿੱਕੇ ਨਿੱਕੇ ਜਿੰਨੇ ਕੁ ਉਹਨਾਂ ਦੇ ਉਮਰ ਦੇ ਹਮ ਸਾਥੀ ਸੀ, ਫਿਰ ਵੇਖਦਾ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਚੰਦਰ ਬੰਸਰੀ ਲਈ ਖੜੇ ਨੇ। ਕਹਿੰਦਾ ਹਾ ਹਾ ਅੱਜ ਮੇਰੇ ਕਰਮ ਚੰਗੇ, ਪ੍ਰਤੱਖ ਦਰਸ਼ਨ ਹੋ ਗਏ। ਚਰਨਾਂ ਤੇ ਆਪਣਾ ਮਸਤਕ ਲਾਤਾ। ਜਦ ਮਸਤਕ ਚਰਨਾਂ ਤੇ ਲਾਇਆ, ਗੁਰੂ ਜੀ ਕਹਿੰਦੇ ਪੰਡਤ ਜੀ ਉਠੋ। ਜਦ ਸਾਹਮਣੇ ਦੇਖਿਆ ਤਾਂ ਗੋਬਿੰਦ ਰਾਏ ਖੜਾ ਹੈ। ਕਹਿੰਦੇ ਓਹੋ, ਤੂੰ ਤਾਂ ਸਾਰੇ ਸ਼ਹਿਰ ਨੂੰ ਕਹਿੰਦਾ ਸੀ ਵੀ ਨਮਸਕਾਰਾਂ ਕਰਦੇ ਨੇ, ਹੁਣ ਤੂੰ ਇਹਨਾਂ ਦੇ ਚਰਨਾਂ ਤੇ ਮਸਤਕ ਰੱਖੀ ਬੈਠੇ, ਤੈਨੂੰ ਕੀ ਨਹੀਂ ਕਿਹਾ? ਕਿਹਾ ਨਹੀਂ, ਗੈਬੀ ਸ਼ਕਤੀ ਝੁਕਾ ਦਿੰਦੀ ਹੈ। ਤੁਸੀਂ ਕਾਗਜ਼ ਦੇ ਫੁੱਲ ਲਿਆ ਕੇ ਰੱਖ ਲਓ, ਚਾਹੇ ਭੌਰਿਆਂ ਦੇ ਕੋਲੇ ਲਿਜਾ ਕੇ ਰੱਖ ਦੋ, ਕਦੇ ਕਾਗਜ਼ ਦੇ ਫੁੱਲ ਤੇ ਨਹੀਂ ਆਉਂਦਾ। ਤੁਸੀਂ ਲਿਆ ਕੇ ਰੀਜਨਲ ਸਹੀ ਫੁੱਲ ਰੱਖ ਦਿਓ, ਚਾਹੇ ਅੰਦਰ ਰੱਖ ਲਿਓ, ਗੂੰਜ ਬੰਨ ਕੇ ਆ ਜਾਂਦਾ। ਉਹਨੂੰ ਚਿੱਠੀ ਪਾਈ ਹੈ ਫੁੱਲ ਨੇ ਵੀ ਮੇਰੇ 'ਚ ਸੁਗੰਧੀ ਹੈ। ਭੌਰਾ ਸੁਗੰਧੀ ਦਾ ਪ੍ਰਤੀਕ ਹੈ। ਇਸ ਕਰਕੇ ਵਾਹਿਗੁਰੂ ਪ੍ਰੇਮ ਦਾ ਪ੍ਰਤੀਕ ਹੈ। ਪ੍ਰੇਮ ਦਾ ਬੰਨਿਆ ਸਤਿਗੁਰੂ ਦੇ ਦਰਸ਼ਨ ਕਰਕੇ ਥੋੜਾ ਕਰ ਗਏ। ਥੋੜਾ ਦਰਸ਼ਨ दर्शन करके जी पापी जीव करोड़ा करके, दर्शन करके जी पापी जीव करोड़ा करके, पापी जीव करोड़ा तर गए, पापी जीव करोड़ा तर गए। पापी जीव करोड़ा तर गए, पापी जीव करोड़ा तर गए। पापी जीव करोड़ा तर गए, पापी जीव करोड़ा तर गए, पापी जीव करोड़ा तर गए। दर्शन करके जी पापी जीव करोड़ा
तरगे करके जी पापी जी करोड़ा तरगे। दर्शन करके जी दर्शन करके जी पापी जीव करोड़ा करके। दर्शन करके जी पापी जीव करोड़ा करके। करोड़ा गिनती नहीं हो सकती, लिख दिता। तारे गने जात हैं, हो सकता है आसमान दे तारे गिने जान। तारे गने जात हैं, ना तारे गने जात हैं। शब्द उन्ने ही ने, अखर उन्ने ही ने, पर अखरां दा फर्क पै गया इत्थे, अर्थ दा फर्क पै गया। अर्थ दा की कहा? तारे गने जात हैं, तारे समान दे गिन सकदा है, ना तारे गने जात हैं। अखर उही है। वो कहते आसमान दे तारे कोई गिन सकता है, पर गुरु नानक जी तेरी रहमत ने जिन्ने तारे। आपां तां इत्थे दे प्रमाण सुन लांगे, पढ़ लांगे। जिहड़े सतदीप 9 खंड 14 भवन च जाके तारिया, वो किवें पता लगू भी इत्थे गुरु नानक ने तारे। इस करके कहना पैंदा तू बेअंत, तू बेअंत है, बेपरवाह है, बड़ा है, बेपरवाह, बेअंत है। पता नहीं किन्ने क जीवां नूं तारिया। सुन के अरदास बेनती, जद बेनती सुनदा, कल सुनिया जल च चले गए। वो बेनती सुनदा अपने सेवक दी अरदास, ये नहीं सुनदा इहदा मजहब केड़ा है, जात केड़ा है। वो तो प्रेम दा भुख है, प्रेम दा। कलगीधर जी स्टेज ते जड़ के कहंदे ने, कहंदे साच कहो सुन ले हो सवै। सच तो बिना मैं कुछ नहीं कहना। जिन प्रेम कियो तिन ही प्रभ पायो। वो कहंदे जिने अकाल पुरख वाहिगुरु नूं पाया, सतगुरु जी कहंदे मैं उहदे बलिहारे जावां, मैं उहदे किन्ना क समा सेवक दा किन्नी उम्र हुंदी है। लखां लखां बरियां दी उम्र सी सतयुग त्रेता द्वापर। हुण कलयुग 100 साल है, वो भी भागां वाला कोई भी इत्थे तक जांदा है। पर आओ ये है अरदास। जो ही अरदास कीती, अकाल पुरख नूं आउणा पिया। पूना सतारा एक जेल है, पूने सतारे दी। जब संगतां हजूर साहब नूं जाने हो, हजूर साहब तो अगे नानक झीरे नूं जांदियां ने संगतां। उत्थे थां थां ते चौंकां दे विच एक राजा रतन दा वर्गियां दा इहो जी राजियां दा सामने किला देखिया। भावें मैं 2-3 साल जांदा रहा, पर वो ऐतकी देखिया किला सामने। गुरुद्वारा
नानक झीरा जिथे चरण मार के बिदर स्टेट च जल ही जल करता गुरु नानक ने मिठा जल पा। उत्थे दे बाला राव ते रुस्तम राव दो राजे चौंक दे उत्ते घोड़े ते बहाया बाला राव। वो लोग उहदी पूजा करते ने। पूजा ये सोच लियो देख लियो जद जाओगे नानक झीरे ने। बाला राव ते रुस्तम राव दा किला है उथों चक ले चक्रवर्ती बादशाह ने पुणे सितारे दी जेल च कैदी करते। एक तां कैदी हुंदे है मिल सकते हैं। वो कैदी इहो जे सी भी सूरज की एक रोशनी नहीं पैनी बस हनेरे च रहना करोड़ां बीमारियां दे शिकार अंदरे रहना। भोजन किते मिल गया ना मिलिया वो कहंदे हुण साडा कौन राखै। जांको मुश्किल अत बने कौन राखै। वो बाला राव कहंदे हुण ऐ करो एक दे बन जाओ छड्डो रिश्तेदारां दा खैड़ा छड्डो घरदियां दा खैड़ा इत्थे साडा कोई नहीं होना। किहदे बन जाओ। आपां कलगी वाले नूं याद करो। याद किया सच्चे पातशाह पर एक देखो विलखण गल कलगी वाले सचखंड जा चुके सी गुरु ग्रंथ साहब नूं गद्दी दे के है नहीं इत्थे। याद किया भी सच्चे पातशाह ऐ जेल चों कढ। अरदास पहुंची सतगुरु जी नीले घोड़े दे सने गए ने। नीले घोड़े ते ही आ गए सवार। वो जिथे बाला राव ते रुस्तम राव बैठे ने आवाज दी बच्चियों आ जाओ। जब देखिया प्रकाश ही प्रकाश इथे सूरज नहीं आ सकता। कहंदे आ गए भगवान आ गए। चरना च मत्था टेके वो कहंदे छेती करो बह जाओ घोड़े ते। कहंदे नहीं सच्चे पातशाह साडा टिकाणा चरना च है। एक होर गल है उस वेले विद्वानां ने ऐसी कमाल करती हर बंदा मुश्किल वेले नहीं देखता भी बहना किथे है। बाला राव घोड़े ते भी बह सकता सी। अगर बह जाता अज कोई कीमत ना होती। बैठण नाल फर्क कोई नहीं पैंदा पर सत्कार उड गया सत्कार चलिया गया। गुरु जी कहते ने बह जा दो ही नहीं मन्ने। एदू जेल चंगी पर तेरे चरना तो बिना तेरी बराबरी नहीं कर सकते। जिन्हां ते रहमत है वो बराबरी नहीं करते। गुरु जी कहते चंगा चरना नूं फड़ लो। एक ने एक रकाब नूं फड़ लिया दूए ने दूई नूं फड़ लिया। गुरुद्वारा मनवाड़ साहब आके लाते। मनवाड़ साहब शीश महल बनया पिया। मनवाड़ साहब ला के आप सचखंड नूं अडारी मार गए। बाला राव ते रुस्तम दाओ दोहां राजियां नूं उत्थे लाता। दसो इहो जिहियां मुश्किलां वेले कौन राखै। तेरे बिना कौन है सहाई। कोई सहाई नहीं है तो बिना मुश्किलों के वेले पंजवें पातशाह गद्दी ते आ गए। पंजवें पातशाह गद्दी ते बह गए। चढ़ती उम्र है। भाई गुरदास बाणी लिखदा है ते जेड़े पिरथी चंद वर्गे सी वो संगत दे विच प्रचार करया करना भी चौथे गुरु सानू गद्दी दे गए ते पंजवें गुरु पातशाह नूं गद्दी नहीं दिती। पंजवें गुरु सी शांति दे पुंज। गुरु साहब कहंदे भाई गुरदास नूं ऐं करदे आ गुरु नानक दा प्रचार करो तां संगत नूं पता लगू।
कहते 7 बचन। पंजवें पातशाह ने संगत विचों सारियां तो पहला एक महापुरख नूं उठा लिया। उहदा नाम सी संत माधोदास। माधोदास दो होए ने, एक संत माधोदास पंजवें पातशाह वेले, एक संत माधोदास होया कलगीधर दे वेले, जिन्हों बंदा बहादुर कहने आ। इहदा नाम सी संत माधोदास। ये बैरागी सी। संत माधोदास गल च पल्ला पा के खड़ गए। पंजवें पातशाह कहंदे जाओ, तुसी किधर जाना? तुसी जाके जेड़ा लाहौर तो परे कसूर शहर वर लेना, इधर जाके गुरु नानक दे दर दा प्रचार करो। देखो भेजिया किथे, जिथे तमाम इस्लाम धर्म का जोर है। दूजा सेवक होर ठाल लिया, उहदे नाल 5 सेवादार देते। वो सी भगत कल्याणा जी, वो इधर पहाड़ां च नूं तोड़ते। पर जेड़े बड़े सी वो सी माधोदास। इस्लाम धर्म का जोर असाम दियां चोटियां तक राज फैलिया हुआ। हजूर कहंदे इधर नूं जाहा, चले गए। जिथे थोड़ी बहुती संगत सी, उत्थे गुरु नानक दे दरबार दी उपमा शुरू करती। आ समा रखता, रात नूं संगत आया करे, दीवान सुन के घर नूं जावे। वो इलाके च हुंदियां चोरियां, जिवें अज भी राजे मौजूदा सरकार दफा 44 लाउंदी है, उन्होंने लोड़ है शांति रखण दी। वो राजे नूं पता लग्या भी चोरियां हुंदियां ने, उन्हें हुक्म करता भी मेरे राज विच कोई 10-11 बजे तो बाद घूमदा फिरदा नजर आ जाए, पकड़ के जेल च सुट दो, कुछ नहीं पूछना। संगत करके तुहाडे वर्गियां पवित्र रूहां घर नूं चलियां जांदियां, पर कई पुरुष तुहाडे च भी होणगे जिहड़े गुरु के लंगर दे बर्तन साफ करके, आ टाट साफ करके, सफाई करके सारियां तो बाद विच जाणगे, आउणगे सब तो पहला सेवा भावना वाले। एक वो पुरुष ने जिहड़े बिल्कुल तैयार बर तैयार होके आउंदे ने। उन्होंने ना कोई भांडा मांजना, ना कोई झाड़ू देना, ना कोई कपड़ा झाड़ना, सगों आके ये देखना भी इत्थे कमी किहड़ी है, मैं इन्हों पुछां भी आ गलती है इत्थे। वो गलतियां दा भरिया पुतला हुंदा है, उहदे च गुण नहीं हुंदा, समझो अवगुण है। जेड़ा पुरुष भगती भाव वाला, जेड़ा पुरुष सेवा वाला, वो आपदे हथी सेवा करता है, उन्होंने कोई मेहना नहीं। असी हद समझते लोग, पर आओ सेवा वालियां नूं मान मिलता है, सेवा वालियां नूं दर्जा मिलता है। आओ सारी संगत चली जाती है, एक सेवक नहीं जाता। कवि संतोख सिंह जी की मैं पहले दिन तुहाडे ने एक विचार करी भी सूरज प्रकाश, एक कथा तो बहुत बार सुनी, मैं भी सुनाई संगतां नूं, पर जद हुण उन्हां दी विचार पढ़नी पई, वो कहंदे इस्लाम धर्म का बच्चा सी। ये बच्चा अपना नहीं सी, इस्लामी दीन दा। आहा हा, दूजे धर्म वाले नूं अपने धर्म च लियाउणा बहुत औखा है। संगत दे विच प्रचार हुंदा है, वो बंदे दे हिरदे ते बराग हो गया, उन्हें संगत दे जोड़े लंगर सेवा करके बाद विच जाना। सिपाहियां ने घेर लिया। वो कहंदे ठहरो, कौन है भाई? वो कहंदा भाई मैं तां महापुरुषों का दीवान सुन के आया। वो कहंदे सुणाउने दीवान दिन।
पकड़ लिया, जेल च ले गए। दूजे दिन राजे दे पेश करता, कहते चोर है। राजा कहता चोर है, हाँ। हुण ना इत्थे वकील ना अपील, राजा का हुक्म है। पर राजा सत संगत करन करके उहदे चेहरे वल देख के कुछ रहम विच आया। वो कहना है दस तेरे माता पिता? कहना जी सब कुछ हैगा, बुलाओ। माता पिता बच्चे घर वाली पिंड दे लोग तुहाडे वर्गे सियाणे चले गए, साडे पिंड दा बंदा छड़ा लियाओ। हुण आपां इह बाणी रोज पढ़दे हां, रोजाना शाम नूं। पंजवें पातशाह दे अर्थ दसदे ने भाई गुरदास नूं, क्योंकि ब्रह्म ज्ञानी ना विचारा करदा ब्रह्म दियां। जे विचार ब्रह्म दी शुरू हो जाए फिर पता नहीं टाइम दा लगदा हुंदा, पर बिरले हुंदे ने इहो जिहियां विचारां सुणन वाले ते करन वाले। विचार चलदी होवे उहदे च बोल पैना महामूर्ख दी निशानी हुंदी है। पर चलो ये तो बड़ियां विचारां लंबियां ने। ब्रह्म दा भगता भी होना बड़ा औखा है ते ब्रह्म दा स्रोता होना भी बड़ा औखा है। आओ ऐसी विचार चली, वो आनंद वजया। वो बादशाह कहंदा माता पिता? कहंदा हाँ जी बुलाओ। बुला ले। सारियां तो पहला माता नूं पुछया, जनन पिता लोक सुत बनता। असी रोज बाणी पढ़ते। जनन, जनन मैंने जन्म देन वाली मां, पिता दोनों नूं सभा च ठालिया बादशाह ने। ये तुहाडा पुत्र है? वो कहंदे है तां पुत्र पर हुण नहीं है। क्यों? ये साडे कहे नहीं लगदा। बादशाह कहंदा इहदी मदद करो, सजाए मौत मिल गई इहनूं। वो कहंदे असीं मदद नहीं कर सकदे, इहनूं ही सजाए मौत दे दिओ जो साडे कहे ही नहीं लगदा। जनन पिता, आ गई बारी तुहाडी। लोक पंचायत उठ के खड़ी, ये जी साडे पिंड दा। बादशाह कहंदा कोई गल नहीं, जे तुहाडे पिंड दा छड़ा लो, पर इहनूं सजाए मौत मिल गई, इहदी जगह ते कौन जाऊ? ना कोई नंबरदार, ना सरपंच, ना पंच, कोई भी मरन नूं ते हर सगों पिछे नूं हटण लग गए। जनन पिता लोक, लोक पंचायत नीवी पा के खड़ गई। असी छड़ा सकते हैं, जमानत ते कल नूं तेरे दरबार च लियावांगे, पर इहदी जगह ते मर नहीं सकदा। सुत बनता, सुत नाम है पुत्रां दा। जब बच्चियां नूं ठालिया, बच्चे कहंदे असीं तां बहुत नियाणे आ, साडी माता नूं पुछ लो। बनता नाम है इस्त्री दा, जिन्हों कहने तू अर्ध शरीरी है, वो बनता। बादशाह कहंदा तेरा अद्धा अंग है, इनू सजाए मौत मिल गई, मरेगी। वो कहंदी कौन मरदा किसे नाल? आ बच्चे होए उडार इन्हां दे सिर ते टाइम कट लू, इनू ही खत्म कर दिओ। जनन पिता लोक सत बनता, कोई ना किसकी धरिया। राजा कहंदा इन्हां नूं कहंदा सी मेरे, इन्हां नूं कहंदा सी बच्चे मेरे। सारे खड़े ने, छड्ड के जिंदे तेरे संगी साथी नाल रे, छड्ड के जिंदे संगी साथी नाल रे। अपने नाल भी इहो जिहा कुछ हुंदा है, कौन किसे लिए मरदा है? ये जिंदे इक्को ही है जिहड़ा नाल मरदा है। छड्ड के जिंदे तेरे संगी
ਸਾਥੀ ਨਾਲ ਦੇ ਛੱਡ ਕੇ ਜਿੰਦੇ ਤੇਰੇ ਸੰਗੀ ਸਾਥੀ ਨਾਲ ਦੇ 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 ਬਾਬਾ ਛੱਡ ਕੇ ਜਿੰਦੇ ਨੀ ਤੈਨੂੰ ਸੰਗੀ ਸਾਥੀ ਓ ਛੱਡ ਕੇ ਜਿੰਦੇ ਤੈਨੂੰ ਸੰਗੀ ਸਾਥੀ ਨਾਲ ਸੰਗੀ ਸਾਥੀ ਛੱਡ ਗਏ ਦੇ ਤੈਨੂੰ ਸੰਗੀ ਸਾਥੀ ਛੱਡ ਗਏ ਜਿੰਦੇ ਨੀ ਸੰਗੀ ਸਾਥੀ ਨਾਲ ਦੇ ਉਹ ਖੜੇ ਨੇ ਜਿਹੜੇ ਕਹਿੰਦੇ ਸੀ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਧੀਰ ਸਵਾਰਥ ਸਵਾਉ ਨਾ ਕੋ ਕਰੇ ਕੋਈ ਸਵਾਰਥ ਨਹੀਂ ਤੇਰਾ ਕਰ ਸਕਦਾ ਸਭ ਛੱਡ ਕੇ ਤੈਨੂੰ ਨਾਲ ਵਾਲੇ ਉਹ ਕਹਿੰਦੇ ਹੋਰ ਹੈ ਤੇਰਾ ਕੋਈ ਮਿੱਤਰ ਉਹ ਕਹਿੰਦੇ ਫਿਰ ਮਿੱਤਰ ਉਹੀ ਰਹਿ ਗਿਆ ਸੰਤ ਮਾਧੋ ਦਾਸ ਉਹਨੂੰ ਬੁਲਾ ਲਓ ਫਿਰ ਜਾਨੋ ਜੇ ਮੇਰੇ ਤੋਂ ਪੁੱਛਦੇ ਹੋ ਨਾ ਅਸਲੀ ਗੱਲ ਤਾਂ ਮੇਰਾ ਅੱਲ ਹੋ ਬੇਲੀ ਮੇਰਾ ਬੇਲੀ ਅੱਲਾ ਹੈ ਬੁਲਾ ਲਓ ਬੁਲਾ ਲਿਆ ਮਾਧੋ ਦਾਸ ਜੀ ਕਿਉਂ ਬਈ ਇਹ ਤੇਰਾ ਸੇਵਕ ਹੈ ਉਹ ਕਹਿੰਦਾ ਮੇਰਾ ਸੇਵਕ ਕਿਉਂ ਇਹ ਤਾਂ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਦਾ ਸੇਵਕ ਹੈ ਪੰਜਵੇਂ ਗੁਰਾਂ ਦਾ ਸੇਵਕ ਉਹ ਕਹਿੰਦੇ ਫਿਰ ਇਹਨੇ ਸੁਝਾਏ ਮੌਤ ਹੈ ਉਹ ਕਹਿੰਦੇ ਰਾਜਨ ਇਹਨੂੰ ਮੌਤ ਨਹੀਂ ਦੇ ਸਕਦਾ ਤੂੰ ਕਿਉਂ ਇਹ ਮਰ ਨਹੀਂ ਸਕਦਾ ਕਾਰਨ ਕੀ ਹੋ ਗਿਆ ਇਹ ਮਰਨ ਵਿੱਚ ਨਹੀਂ ਆਉਂਦਾ ਇਹ ਅਮਰ ਹੋ ਗਿਆ ਅਮਰ ਮਰਨ ਤੋਂ ਉੱਤੇ ਚਲਿਆ ਗਿਆ ਨਾ ਇਹ ਮਰੇ ਨਾ ਠਾਗੇ ਜਾਏ ਨਾ ਤਾਂ ਠੱਗਿਆ ਜਾਏ ਨਾ ਇਹ ਮਰੂ ਜਿਨ ਕੇ ਰਾਮ ਬਸੇ ਮਨ ਮਾਹੇ ਇਹਦੀ ਹਿਰਦੀ ਚ ਰਾਮ ਬਸ ਗਿਆ ਤੂੰ ਕਿਵੇਂ ਮਾਰੇਗਾ ਬਾਦਸ਼ਾਹ ਕਹਿੰਦਾ ਲਿਆਓ ਸਾਹਮਣੇ ਮਾਰਦਾ ਤੁਹਾਡੇ ਜਲਾਦਾਂ ਨੂੰ ਬੁਲਾ ਲਿਆ ਜਲਾਦ ਸੁੱਕੀਆਂ ਲੱਕੜਾਂ ਲੈ ਕੇ ਆ ਗਏ ਪਹਿਲੇ ਸਮਿਆਂ 'ਚ ਦੋ ਲੱਕੜਾਂ ਦੇ ਵਿਚਾਲੇ ਗਲ ਨੂੰ ਐਂ ਪਕੜ ਕੇ ਘੁੱਟ ਦਿੰਦੇ ਮਣਕਾ ਟੁੱਟ ਜਾਂਦਾ ਇਸ ਤਰ੍ਹਾਂ ਦੀ ਸਜ਼ਾ ਸੀ ਉਹ ਕਹਿੰਦੇ ਜਲਾਦੋ ਕਰ ਦਿਓ ਖਤਮ ਕਹਿੰਦੇ ਲਓ ਜੀ ਉਧਰ ਸੰਤ ਮਾਧੋ ਦਾਸ ਜੀ ਖੜੇ ਨੇ ਅਰਦਾਸ ਕੀਤੀ ਜਿਉਂ ਹੀ ਕਹਿੰਦੇ ਸੁੱਕੀਆਂ ਹੋਈਆਂ ਲੱਕੜਾਂ ਉਹ ਗੁਰੂ ਨਾਨਕ ਦੇ ਸੇਵਕ ਦੇ ਗਲ ਦੇ ਨਾਲ ਲੱਗੀਆਂ ਨਾ ਉਹ ਲੱਕੜਾਂ ਦੇ ਵਿੱਚੋਂ ਐ ਹਰੀਆਂ ਹਰੀਆਂ ਕੁੰਬਲਾਂ ਨਿਕਲ ਆਈਆਂ ਹਰੀਆਂ ਹਰਿਆਵਲ ਜਿਵੇਂ ਕੋਈ ਜੜ ਇੱਕ ਲਖਤ ਹਰਿਆਵਲ ਵਿੱਚ ਆ ਜੇ ਉਹ ਜਲਾਦ ਡਰ ਗਏ ਸਿੜਤੀ ਲੱਕੜਾਂ ਸਿੜਤੀਆਂ ਬਾਦਸ਼ਾਹ ਕਹਿੰਦਾ ਇਹ ਕੀ ਹੋਇਆ ਲੱਕੜਾਂ ਦੇਖੀਆਂ ਹਰਿਆਵਲ ਵਿੱਚ ਨੇ ਉਹ ਕਹਿੰਦਾ ਚਮਤਕਾਰ ਹੈ ਕੋਈ ਜਾਦੂਗਰ ਹੋ ਤੁਸੀਂ ਉਹ ਕਹਿੰਦੇ ਜਾਦੂਗਰ ਨਹੀਂ ਇਹਦੇ ਤੇ ਕਿਰਪਾ ਹੈ ਗੁਰੂ ਨਾਨਕ ਦੀ ਰਾਜੇ ਦਾ ਹਿਰਦਾ ਪਾਣੀ ਵਰਗਾ ਹੋ ਗਿਆ
ਜਿਹਦੇ ਸੇਵਕ ਦੇ ਸਰੀਰ ਨੂੰ ਲੱਕੜਾਂ ਲਾਇਆਂ ਤੇ ਸੈਂਕੜੇ ਬਰਿਆਂ ਦੀਆਂ ਸੁੱਕੀਆਂ ਪਈਆਂ ਲੱਕੜਾਂ ਹਰਿਆਵਲ ਵਿੱਚ ਆ ਸਕਦੀਆਂ ਨੇ, ਮੇਰੇ ਵਰਗੇ ਪੁਰਸ਼ ਦਾ ਪੱਥਰ ਹਿਰਦਾ ਕਿਉਂ ਨਹੀਂ ਹਰਿਆਵਲ ਵਿੱਚ ਆਵੇਗਾ। ਉਹ ਮਹਾਪੁਰਸ਼ੋ, ਕਿੱਥੇ ਹੈ ਤੁਹਾਡਾ ਗੁਰੂ? ਅੰਮ੍ਰਿਤਸਰ ਸਾਹਿਬ। ਅੱਗੇ ਹੁਣ ਦੋਵੇਂ ਬ੍ਰਹਮ ਗਿਆਨੀ ਵਿਚਾਰਾਂ ਕਰਦੇ ਨੇ, ਭਾਈ ਗੁਰਦਾਸ ਨੂੰ ਸਮਝਾਉਂਦੇ ਨੇ ਕਿ ਭਾਈ ਗੁਰਦਾਸ, ਭੋਜਨ ਤਾਂ ਅਕਾਲ ਪੁਰਖ ਪੱਥਰਾਂ ਦੇ ਕੀੜਿਆਂ ਨੂੰ ਵੀ ਦਿੰਦਾ, ਤੂੰ ਸੰਸਾ ਕਿਉਂ ਕਰਦਾ? ਇਹੋ ਜਿਹੇ ਸ਼ਬਦ ਸਮਝਾਉਂਦੇ ਨੇ। ਲੱਕੜਾਂ ਤੇ ਬਾਦਸ਼ਾਹ ਆ ਕੇ ਚਰਨਾਂ ਤੇ ਰੱਖਤੀਆਂ, ਨਾਲੇ ਲੰਮੇ ਪੈ ਪੈ ਡੰਡੌਤਾਂ ਕਰਦੇ ਨੇ, ਧੰਨ ਗੁਰੂ ਨਾਨਕ, ਧੰਨ ਗੁਰੂ ਪੰਜਵੇਂ ਪਾਤਸ਼ਾਹ। ਗੁਰੂ ਜੀ ਕਹਿੰਦੇ, ਮਾਧੋ ਦਾਸ ਜੀ ਆਹ ਕੀ ਗੱਲ ਹੈ? ਉਹ ਕਹਿੰਦੇ, ਸਤਿਗੁਰੂ ਤੇਰੀ ਕਿਰਪਾ ਹੈ, ਤੇਰੀ ਰਹਿਮਤ ਹੈ। ਐ ਬੱਚੇ ਦੇ ਗਲ ਨਾਲ ਲੱਗ ਕੇ ਆਪਣੇ ਆਪ ਨੂੰ ਕਿਵੇਂ ਲੁਕੋਇਆ? ਨਾ ਮੇਰੀ ਕਿਰਪਾ ਹੈ ਸੰਤ ਮਾਧੋ ਦਾਸ ਜੀ, ਨਾ ਤੇਰੀ ਕਿਰਪਾ ਹੈ। ਸੱਚੇ ਪਾਤਸ਼ਾਹ ਵੀ ਕਿਰਪਾ ਕੀਦੀ ਹੈ? ਪੰਜਵੇਂ ਗੁਰੂ ਕਹਿੰਦੇ, ਇਹ ਸ਼ਬਦਾਂ ਨੂੰ ਕਲਮ ਨਾਲ ਲਿਖ ਦੇ ਮੇਰੇ ਮਾਧੋ ਜੀ। ਸਤ ਸੰਗਤ ਮਿਲੇ ਸੋ ਤਰਿਆ, ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਧੋ सत संगत मिले तो तरिया, मेरे माधो सत संगत मिले सो, सत संगत मिले सो तरिया। मिले सो तरिया, संगत मिले सो तरिया, सत संगत मिले सो, सत संगत मिले सो तरिया। एवें चले में संगत मिले सो, सत संगत संगत मिले सो तरिया, सत संगत मिले सो तरिया। मेरे माधो जी सत संगत मिले सो तरिया, मेरे माधो जी तरिया हो। मेरे माधो जी माधो जी संगत मिले सो तरिया, मेरे माधो सत संगत मिले सो तरिया। संगत मिली ਉਹ ਵੀ ਸਤ ਦੀ, ਸੰਗਤ ਮਿਲੀ ਅਕਾਲ ਪੁਰਖ ਦੀ, ਸੰਗਤ ਮਿਲੀ ਰੱਬ ਦੇ ਪਿਆਰਿਆਂ ਦੀ, ਦਰਗਾਹ ਦੇ ਬਖਸ਼ਿਆਂ ਹੋਇਆਂ ਦੀ। ਆਹਾ, ਫਿਰ ਲੱਕੜਾਂ ਦੇ ਵਿੱਚੋਂ ਹਰਿਆਵਲ ਆ ਗਈ। ਪੰਜਵੇਂ ਪਾਤਸ਼ਾਹ ਕਹਿੰਦੀ ਸੰਗਤ ਦੀ ਕਿਰਪਾ ਹੈ। ਆਪਣੇ ਆਪ ਨੂੰ ਨੀਵਾਂ ਰੱਖਿਆ, ਸੰਗਤ ਨੂੰ ਉੱਚਾ ਚੱਕਤਾ। ਸੰਗਤ ਤਾਂ ਹੀ ਹੈ ਜੇ ਗੁਰੂ ਹੈ ਵਿੱਚ, ਇਹੀ ਤਾਂ ਗਿਆਨ ਹੈ। ਜੇ ਗੁਰੂ ਨਹੀਂ, ਤੁਸੀਂ ਬੈਠੇ ਹੋ, ਕੀ ਕਹਾਂਗੇ ਸਾਧ ਸੰਗਤ, ਕੀ ਕਹਾਂਗੇ ਗੁਰ ਸੰਗਤ,
ਤੇ ਜਦੋਂ ਗੁਰੂ ਸਾਹਿਬ ਚਲੇ ਗਏ ਕੱਲੀ ਹੋਈ ਸੰਗਤ, ਗੁਰ ਸ਼ਬਦ ਨਹੀਂ ਲੱਗੇਗਾ। ਗੁਰੂ ਤਾਂ ਹੀ ਹੈ ਜੇ ਗੁਰੂ ਸਜੇ ਹੋਏ ਨੇ। ਇਸ ਕਰਕੇ ਆਪਣੇ ਆਪ ਨੂੰ ਚਾਹੇ ਉੱਲਾ ਰੱਖਿਆ, ਪਰ ਇਹਨਾਂ ਤੋਂ ਬਿਨਾਂ ਸੰਗਤ ਦੀ ਕੀਮਤ ਨਹੀਂ ਹੈ। ਨਾਲ ਹੈ ਕੀਮਤ, ਗੁਰ ਸੰਗਤ ਤਾਂ ਹੀ ਬਣੂ ਜੇ ਗੁਰੂ ਹੈ। ਇਸ ਕਰਕੇ ਉਹ ਸਤ ਸੰਗਤ ਕੈਸੀ ਜਾਣੀਏ, ਪੁੱਛਿਆ ਗਿਆ ਆ ਜਿੰਨੀ ਸੰਗਤ ਬੈਠੀ ਹੈ ਇਹ ਸਤ ਸੰਗਤ ਹੈ। ਬੇਨਤੀ ਕੀਤੀ ਸੱਚੇ ਪਾਤਸ਼ਾਹ, ਉਹ ਸਵਾਲ ਹੈ ਪਰ ਨਿਮਰਤਾ ਚ, ਸਤ ਸੰਗਤ ਕੈਸੀ ਜਾਣੀਏ। ਗੁਰੂ ਜੀ ਜਵਾਬ ਦਿੰਦੇ ਨੇ, ਕਹਿੰਦੇ ਜਿੱਥੇ ਏਕੋ ਨਾਮ ਬਖਾਣੀਏ। ਬਖਾਣੀਏ ਦਾ ਅਰਥ ਕੀ ਹੈ ਭਲਾ? ਬਖਾਣੀਏ ਦਾ ਅਰਥ ਹੁੰਦਾ ਬਖਿਆਨ ਕਰਨਾ। ਇੱਕ ਨਾਮ ਤੋਂ ਬਿਨਾਂ ਦੂਜੀ ਗੱਲ ਨਾ ਹੋਵੇ। ਜੇ ਦੂਜੀ ਗੱਲ ਹੈ ਤਾਂ ਸੰਗਤ ਨਹੀਂ। ਇੱਕ ਨਾਮ ਦਾ ਬਖਿਆਨ ਹੋਵੇ, ਇੱਕ ਨਾਮ ਦੀ ਉਸਤਤੀ ਹੋਵੇ, ਭਾਈ ਉਹ ਸਤ ਸੰਗਤ ਹੈ। ਉਹਦਾ ਰੰਗ ਕਦੇ ਨਹੀਂ ਉਤਰਦਾ, ਚੜ੍ਹਦਾ ਹੀ ਜਾਂਦਾ ਦਿਨ ਪੁੱਤ। ਆਓ ਉਹ ਪਵਿੱਤਰ ਬਾਣੀ ਪੰਜਵੇਂ ਪਾਤਸ਼ਾਹ ਨੇ ਮਹਾਨ ਕਿਰਪਾ ਕੀਤੀ। ਪਟਨੇ ਦੀ ਧਰਤੀ ਤੇ ਧੰਨ ਧੰਨ ਹੋ ਰਹੀ ਹੈ ਸ਼ਿਵ ਦਿੱਤ ਬ੍ਰਾਹਮਣ। ਗੋਬਿੰਦ ਰਾਏ ਨੂੰ ਅਕਾਲ ਪੁਰਖ ਵਾਹਿਗੁਰੂ ਕਹਿਣ ਲੱਗ ਗਿਆ। ਇਹ ਬਚਪਨ ਚ ਅਕਾਲ ਪੁਰਖ ਆ ਗਿਆ, ਰਾਮ ਆ ਗਿਆ, ਕ੍ਰਿਸ਼ਨ ਆ ਗਿਆ, ਵਾਹਿਗੁਰੂ ਆ ਗਿਆ। ਉੱਥੇ ਇੱਕ ਫਤਿਹ ਚੰਦ ਮੈਣੀ ਦਾ ਪਰਿਵਾਰ ਰਹਿੰਦਾ ਹੈ। ਅੱਜ ਵੀ ਉੱਥੇ ਅਨੋਖੀ ਗੱਲ ਹੈ, ਜਦ ਪਟਨੇ ਜਾਵੋ ਉੱਥੇ ਧਿਆਨ ਦੇਣਾ। ਜਿਹੜੀ ਅੱਗੇ ਜਾ ਕੇ ਆਪਾਂ ਵਿਚਾਰ ਕਰਾਂਗੇ, ਸੁਣੀ ਚਲੋ। ਉਹ ਫਤਿਹ ਚੰਦ ਮੈਣੀ ਅਮੀਰ ਪਰਿਵਾਰ ਹੈ, ਸ਼ਾਹੂਕਾਰ ਹੈ, ਧਨਾੜ ਹੈ। ਉਹਨੇ ਇੱਕ ਆਪ ਦਾ ਨੌਕਰ ਭੇਜਿਆ, ਪੰਡਤ ਨੂੰ ਬੁਲਾ ਲਿਆ। ਪੰਡਤ ਜੀ ਆ ਗਏ। ਫਤਿਹ ਚੰਦ ਮੈਣੀ ਕਹਿੰਦੀ ਹੈ, ਪੰਡਤ ਜੀ ਮੈਨੂੰ ਪਤਾ ਲੱਗਿਆ ਤੁਸੀਂ ਬਹੁਤ ਬੜੇ ਵਿਦਵਾਨ ਹੋ। ਪਹਿਲਾਂ ਤੁਸੀਂ ਗੋਬਿੰਦ ਰਾਏ ਦੀ ਨਿੰਦਿਆ ਕਰਦੇ ਸੀ, ਅੱਜ ਤੁਸੀਂ ਉਹਦੇ ਪੁਜਾਰੀ ਬਣ ਗਏ, ਕਿਵੇਂ? ਉਹ ਕਹਿੰਦਾ, ਬੀਬਾ ਰਾਣੀ ਮੇਰੇ ਮਨ ਵਿੱਚ ਹਨੇਰਾ ਸੀ ਬਈ ਗੋਬਿੰਦ ਰਾਏ ਆਮ ਇਨਸਾਨ ਹੈ, ਪਰ ਗੋਬਿੰਦ ਰਾਏ ਨੂੰ ਭੀਖਮ ਸ਼ਾਹ ਨੇ ਜੋ ਦਰਜਾ ਦਿੱਤਾ ਹੈ ਉਹੀ ਹੈ। ਅੱਛਾ, ਮੈਂ ਵੀ ਦਰਸ਼ਨ ਕਰਨਾ ਚਾਹੁੰਦੀ ਹਾਂ। ਉਹਦੇ ਮਨ 'ਚ ਕੋਈ ਹੋਰ ਚਾਹਨਾ ਸੀ, ਮਿਲਣਾ ਚਾਹੁੰਦੀ ਹਾਂ। ਉਹ ਕਹਿੰਦਾ ਫਿਰ ਇਉਂ ਕਰ, ਜਿੱਦਣ ਮੇਰੇ ਮੰਦਰ ਵਿੱਚ ਆਏ ਨੇ ਉਦਣ ਮੈਂ ਕੋਈ ਸੁਨੇਹਾ ਨਹੀਂ ਦਿੱਤਾ। ਧਿਆਨ ਦੇਣਾ ਇੱਥੇ ਥੋੜਾ ਜਿਹਾ। ਜਿੱਦਣ ਗੋਬਿੰਦ ਰਾਏ ਮੇਰੇ ਮੰਦਰ ਵਿੱਚ ਆ ਗਏ, ਮੈਂ ਸੁਨੇਹਾ ਨਹੀਂ ਦਿੱਤਾ। ਉਹ ਤਾਂ ਆਪੇ ਆ ਗਿਆ, ਪਰ ਮੈਂ ਹਿਰਦੇ 'ਚ ਆਵਾਜ਼ ਦਿੱਤੀ ਸੀ, ਆਵਾਜ਼। ਅੱਛਾ, ਹਿਰਦੇ ਦੀ ਆਵਾਜ਼ ਨਾਲ ਆ ਗਿਆ? ਕਹਿੰਦੇ ਤਾਂ ਹੀ ਆ ਗਿਆ। ਚਾਹੇ ਮੈਂ ਈਰਖਾ ਕਰਦਾ ਸੀ ਵੀ ਇਹਨੂੰ ਦੁਨੀਆ ਮੱਥੇ ਕਿਉਂ ਟੇਕਦੀ ਹੈ, ਪਰ ਮੈਂ ਨਹੀਂ ਫਤਿਹ ਚੰਦ, ਇਹ ਅਕਾਲ ਪੁਰਖ ਹੈ, ਉਹ ਸਭ ਦੀਆਂ ਸੁਣਦਾ। ਤੂੰ ਐਂ ਕਰ, ਹੁਣ ਆਪ ਦੇ ਘਰੇ ਜੇ ਤੂੰ ਕਿਸੇ ਨੂੰ ਸੁਨੇਹਾ ਦਿੱਤਾ, ਨੌਕਰਾਣੀ ਭੇਜੀ, ਨੌਕਰ ਭੇਜਿਆ, ਫਿਰ ਕਾਹਦਾ ਬੁਲਾਉਣਾ? ਹਿਰਦੇ ਦੇ ਵਿੱਚੋਂ ਚਿੱਠੀ ਚੀਰਾ ਲਿਖ ਕੇ ਦੇ, ਹਿਰਦੇ ਦੀ ਆਵਾਜ਼ ਦੇ। ਚਿੱਠੀਆਂ ਪ੍ਰੇਮ ਦੀਆਂ ਲਿਖ ਸਤਿਗੁਰ ਵੱਲ ਪਾਈਆਂ, ਸਤਿਗੁਰੂ ਵੱਲ ਉਹ ਪ੍ਰੇਮ ਦਾ ਪੱਤਰ, ਜਿਵੇਂ ਪੰਜਵਿਆਂ ਨੇ ਲਿਖਿਆ ਸੀ,
ओकण बाज मार तेरे घरे आ महलों च एक दिन भज्या आऊगा बिना दसन तो बिना कहण तो पर एक लोड़ है केड़ी मन मंदिर तन बेस कलंदर मन मंदिर तन बेस कलंदर मन मंदिर तन हाँ मंदिर तन बेस कलंदर मन 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 मंदिर तन मन मंदिर तन बेस कलंदर मन मंदिर तन बेस कलंदर कट ही तीर्थ नामा कट ही तीर्थ नामा कट ही तीरथ नामा कट ही तीरथ नामा एक शब्द मेरे प्राण बस्त है 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 बहुत जन्म ना आमा मन मंदिर तन देश कलंदर मन मंदिर तन देश कलंदर मन मंदिर तन मन मंदिर तन बहुत जन्म ना मन मंदिर तन बेस कलंदर मन मंदिर तन बेस कलंदर मन मंदिर तन बेस कलंदर मन दे मंदिर च ਉਹ ਮੰਦਰ ਮੇਰਾ ਨਦੀ ਦੇ ਗੰਗਾ ਦੇ ਕਿਨਾਰੇ ਸੀ ਉਹ ਮੰਦਰ ਮੇਰਾ ਇੱਟਾਂ ਦਾ ਬਣਾਇਆ ਸੀ ਉਹ ਮੰਦਰ ਮੇਰਾ ਕਲੀ ਕੀਤਾ ਸੀ ਪਰ ਜਿਹੜਾ ਅਸਲੀ ਮਨ ਮੰਦਰ ਹੈ ਜਿੱਥੇ ਵਾਹਿਗੁਰੂ ਆਪ ਰਹਿੰਦਾ ਉੱਥੇ ਆਵਾਜ਼ ਮਾਰ ਆਊਗਾ ਰਾਣੀ ਬਹਿ ਗਈ ਅੱਜ ਹੋਰ कल होर जद आपां निता प्रति उसी टाइम बैठांगे आनंद वज जू बह के देख लो जिन्हां ने कोई आनंद माणिया जां मानना है वो एक समय सही टाइम मान लो पर होना पैंदा बेला ये नहीं सारी दिहाड़ी काम धंधा करके आके फिर तुसी कहो असी उसी टाइम उठिए नहीं इको ही काम हो चाहे दुनियावी करो चाहे परमार्थ का ओही समा ओही टाइम उस समय ते बहना ये भी महान कोई कृपा होती है बैठया नहीं जाता वो रानी अज बैठी कल बैठी हौली हौली हिरदा साफ हो गया मन मोहने गोबिंद दी ओ नैना बिच तस्वीर बसा लै वो मन मोहने गोविंद दी नैना च तस्वीर बसा के आवाजां दे गोविंद राय अज कलगी वाले कहंदे ने साथियो रानी दे महलां च चलना है चलो महाराज फतेह चंद रानी बैठी है हजूर गए आपने देखा नेत्र बंद ने रानी दे प्यार आया वो रानी दे गोद विच बह गए सतगुरु पहली गल
ਜਿਹਦੀ ਗੋਦ ਵਿੱਚ ਰੱਬ ਆ ਜੇ, ਹੋਰ ਉਹਨੂੰ ਕਿਸੇ ਪਦਾਰਥਾਂ ਦੀ ਲੋੜ ਨਹੀਂ, ਪਰ ਥੋੜੇ ਜਿਹੇ ਸਮੇਂ ਲਈ ਉਹ ਯਾਦ ਰਹਿੰਦਾ, ਫਿਰ ਮਾਇਆ ਪੈ ਜਾਂਦੀ ਹੈ। ਸਤਿਗੁਰਾਂ ਨੇ ਉਹਦੀ ਨੇਤਰਾਂ ਦੇ ਉੱਤੇ ਆਪਣੇ ਹੱਥ ਰੱਖਤੇ, ਉਹਦੀਆਂ ਅੱਖਾਂ ਤੇ ਹੱਥ ਰੱਖ ਕੇ ਕਹਿੰਦੇ ਨੇ ਮਾਤਾ। ਜਦ ਮਾਤਾ ਸ਼ਬਦ ਕਿਹਾ, ਮਾਂ ਕਿਹਾ, ਜਿਹਦੀਆਂ ਕੰਧਾਂ ਵੀ ਤਰਸਦੀਆਂ ਸੀ, ਇਹ ਘਰ 'ਚ ਕੋਈ ਮਾਂ ਕਹੂ, ਆਏ ਨੇਤਰ ਖੋਲੇ। ਕੌਣ ਆ ਗਿਆ? ਰੱਬ ਆ ਗਿਆ, ਗੋਬਿੰਦ ਰਾਏ ਆ ਗਿਆ। ਐ ਬੁੱਕਲ 'ਚ ਲੈ ਕੇ ਪਿਆਰ ਕੀਤਾ, ਚਰਨਾਂ ਤੇ ਨਮਸਕਾਰ ਕੀਤਾ। ਸਤਿਗੁਰੂ ਜੀ ਕਹਿੰਦੇ ਮਾਤਾ ਬੜੀ ਭੁੱਖ ਲੱਗੀ ਹੈ। ਉਹ ਕਹਿੰਦੀ ਬਹਿ ਜਾਓ। ਕਿੰਨੇ ਸਾਥੀ ਨੇ ਤੇਰੇ ਨਾਲ? 10-15 ਕਨੇ, ਜਿੰਨੇ ਵੀ ਹੁੰਦੇ ਰੋਜ਼। ਕਹਿੰਦੀ ਬਹਿ ਜਾਓ, ਮੈਂ ਦੁੱਧ ਦੇ ਵਿੱਚ ਪੂਰੀਆਂ ਲਾ ਕੇ ਛਕਾਉਣੀ ਹੈ ਗੋਬਿੰਦ ਰਾਏ। ਗੁਰੂ ਜੀ ਕਹਿੰਦੇ ਮਾਤਾ ਕਾਹਦਾ ਆਟਾ ਗੁੰਨੇਗੀ, ਟਾਈਮ ਲੱਗ ਜੂ, ਭੁੱਖ ਲੱਗੀ ਹੈ, ਪਹਿਲਾਂ ਨਹੀਂ ਕੁਝ ਬਣਿਆ ਪਿਆ। ਉਹ ਕਹਿੰਦੀ ਪਹਿਲਾਂ ਤਾਂ ਫਿਰ ਆਪ ਅੰਦਰ ਚਲੇ ਗਏ, ਬਾਰੀ ਖੋਲੀ, ਕਾਲੇ ਛੋਲਿਆਂ ਨੂੰ ਉਬਾਲ ਕੇ ਨੂਣ ਲਾ ਕੇ ਰੱਖਿਆ ਹੋਇਆ ਸੀ ਵੀ ਜਦ ਲੋੜ ਪਊਗੀ ਛਕ ਲਾਂਗੇ। ਇਹਨੂੰ ਘੁੰਗਣੀਆਂ ਕਹਿੰਦੇ ਨੇ, ਘੁੰਗਣੀਆਂ। ਜਾਂ ਤਾਂ ਚੌਥੇ ਪਾਤਸ਼ਾਹ ਨੇ ਵੇਚੀਆਂ ਨੇ, ਚੂਨਾ ਮੰਡੀ ਲਾਹੌਰ। ਚੌਥੇ ਪਾਤਸ਼ਾਹ ਨੇ, ਜਦੋਂ ਨਾਂ ਸੀ ਜੇਠਾ ਜੀ, ਉਹ ਵੇਚੀਆਂ ਤੇ ਜਾਂ ਫਿਰ 10ਵੇਂ ਜਹਮੇ 'ਚ ਛਕੀਆਂ। ਉਹ ਘੁੰਗਣੀਆਂ ਦਾ ਬਾਟਾ ਭਰਿਆ ਪਿਆ, ਕਾਲੇ ਛੋਲੇ ਉਬਾਲ ਕੇ ਨੂਣ ਲੱਗਿਆ, ਚੱਕ ਲਿਆ। ਮਾਤਾ ਜੀ ਇਹਦੇ ਵਰਗਾ ਪਦਾਰਥ ਕਿਹੜਾ ਹੈ? ਹੁਣ ਭੁੱਖ ਹੈ, ਇੱਕ ਫੱਕਾ ਮਾਰਿਆ, ਛਕ ਲਿਆ। ਆਪਦੇ ਨਾਲ ਦੇ ਸਾਥੀਆਂ ਨੂੰ ਵਰਤਾਉਣ ਲੱਗ ਗਏ। ਮਾਤਾ ਨੇ ਸਾਰਿਆਂ ਨੂੰ ਜਲ ਵਰਤਾਤਾ। ਗੋਬਿੰਦ ਰਾਏ ਆਸਣ ਤੇ ਬਹਿ ਗਏ, ਨਾਲੇ ਛੋਲਿਆਂ ਦਾ ਪ੍ਰਸ਼ਾਦ ਛਕਦੇ ਐ, ਨਾਲੇ ਕਹਿੰਦੇ ਮਾਤਾ ਇਉਂ ਦੱਸ ਮੈਨੂੰ ਯਾਦ ਕੀਤਾ, ਕੋਈ ਮੰਗ ਹੈ ਤੇਰੇ ਹਿਰਦੇ 'ਚ? ਮੈਨੂੰ ਯਾਦ ਕੀਤਾ, ਕਿਵੇਂ ਬੁਲਾਇਆ ਮੈਨੂੰ? ਉਹ ਕਹਿੰਦੀ ਹੁਣ ਸਮਾਂ ਹੈ। ਉਹ ਕਹਿੰਦੀ ਪਾਤਸ਼ਾਹ ਮੈਂ ਤਾਂ ਬੁਲਾਇਆ, ਮੇਰੇ ਗ੍ਰਹਿ ਵਿਖੇ ਕੋਈ ਪੁੱਤਰ ਨਹੀਂ ਹੈ, ਮੈਨੂੰ ਪੁੱਤਰ ਦੇ ਦਿਓ। ਕਹਿੰਦੇ ਪੁੱਤਰ ਸੀਗੇ, ਪ੍ਰੇਮ 'ਚ ਥੋੜਾ ਜਿਹਾ ਵੱਧ ਭੇਜ ਗਏ, ਉਹ ਪ੍ਰਸ਼ਾਦ ਛਕੀ ਗਏ। ਪੁੱਤਰ ਕਿਹੋ ਜਿਹਾ? ਫਤਿਹ ਚੰਦ ਮੈਣੀ ਕਹਿੰਦੀ ਪੁੱਤਰ ਹੋਵੇ ਤਾਂ ਤੇਰੇ ਵਰਗਾ ਹੋਵੇ। ਅੱਜ ਦੁਨੀਆ ਧੰਨ ਧੰਨ ਕਰਦੀ ਹੈ। ਮਾਤਾ ਗੁਜਰੀ ਸਾਹਿਬ ਨੂੰ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ, ਵਾਕਈ ਠੀਕ ਹੈ, ਪੁੱਤਰ ਹੋਵੇ ਲਾਇਕ। ਨਾਲਾਇਕ ਨਾਲੋਂ ਤਾਂ ਨਾ ਹੋਵੇ ਬਹੁਤ ਅੱਛਾ ਹੈ। ਇੱਕ ਪੁੱਤਰ ਹੋਵੇ, ਉਹ ਵੀ ਤੇਰੇ ਵਰਗਾ। ਹਜ਼ੂਰ ਚੁੱਪ ਕਰ ਗਏ। ਜਿਹੜੇ ਆ ਤੀਰਥ ਬਣੇ ਨੇ ਨਾ, ਇਹਨਾਂ ਤੀਰਥਾਂ ਵਿੱਚੋਂ ਇੱਕ ਤੀਰਥ ਹੈ ਜਿਹਦੇ ਵਿੱਚ ਆਪਾਂ ਜ਼ਿੰਦਗੀ 'ਚ ਇੱਕੋ ਹੀ ਵਾਰ ਜਾ ਸਕਦੇ ਹਾਂ। ਲਿਖ ਵੀ ਦਿੱਤਾ, ਸਾਰੇ ਤੀਰਥ ਬਾਰ-ਬਾਰ ਤੇ ਗੰਗਾ ਸਾਗਰ ਏਕ ਵਾਰ। ਕਲਕੱਤੇ ਤੋਂ ਅੱਗੇ ਸਮੁੰਦਰ ਦੇ ਵਿਚਾਲੇ ਹੈ, ਜਿਆਦੇ ਦਾ ਮੇਲਾ ਲੱਗਦਾ ਹੈ। ਮੈਂ ਤਾਂ ਨਹੀਂ ਦਜੇ ਦਰਸ਼ਨ ਕਰਿਆ, ਜਿਹੜੇ ਦਰਸ਼ਨ ਕਰਕੇ ਆਏ ਨੇ ਉਹ ਕਹਿੰਦੇ ਕੰਢੇ ਤੋਂ ਲੈ ਕੇ ਬੇੜੀਆਂ ਖੜੀਆਂ ਨੇ, ਛੋਟੇ ਛੋਟੇ ਜਹਾਜ਼ ਖੜੇ ਨੇ, ਉਹਦੇ 'ਚ ਸੰਗਤ ਬਹਿ ਜਾਂਦੀ ਹੈ। 2-4 ਮੀਲ ਪਾਣੀ ਚੋਕਣੇ ਜਾਂਦੇ ਨੇ, ਫਿਰ ਜਾ ਕੇ ਕੰਢੇ ਤੇ ਲਾਉਂਦੇ ਨੇ। ਸਮੁੰਦਰ ਦੇ ਕੰਢੇ ਤੋਂ ਚੜ੍ਹਨਾ, 4-5 ਕਿਲੋਮੀਟਰ ਪਾਣੀ 'ਚ ਰਹਿਣਾ, ਫਿਰ ਸੁੱਕਾ ਥਲ ਆ ਜਾਣਾ। ਇਹ ਲੀਲਾ ਨਹੀਂ ਤੇ ਹੋਰ ਕੀ ਹੈ। ਉਹਨੇ ਸਮੇਂ 'ਚ ਜਲ ਉਹ ਪਵਿੱਤਰ ਮੰਦਰ ਦਾ ਪਰੇ ਹਟ ਜਾਂਦਾ ਹੈ। ਕਾਰਨ ਕੀ ਸੀ?
उस जगह पे बह के कपिल देव ऋषि ने तप किया सी। कपिल देव ने ओही जगह पे मैं जेड़ी कथा शुरू की सी, जेड़ा घोड़ा पांडवां ने छड्डिया सी, ओही जगह ते घोड़ा लुकोता सी शाम करना। पर यह तो बहुत बड़े इतिहास ने। वो कपिल देव ऋषि का पिता सी करदम। कपिल देव का पिता करदम कहते 88,000 वर्ष बह के तप किया, लख वरे दी आरजू भगवान आ गए। वो बेटा मंग, बड़ी बंदगी करी। वो कहते पातशाह पुत्र दे दियो पुत्र। भगवान दे नेत्रां च ना जाल आ गया। कहते इन्नी तपस्या करी, मंगया पुत्र। दुनिया ते दो चीजां दुर्लभ ने, संत समागम हर कथा, तुलसी दुर्लभ दोए। तुलसी जी महान ब्रह्म ज्ञानी सी उस समय। संत समागम हर कथा, हरि दी कथा, तुलसी दुर्लभ दोए। ओए पुरुषा सुतदारा लक्ष्मी ये तो पापी के भी होए। ये तो हर एक नूं मिलदे ने पुत्र की। सुतदारा, दारा हुंदी है माया संपत्ति, लक्ष्मी माया। ये तो पापी की भी, ये तो उन्होंने घरे भी। पर दो चीजां दुर्लभ ने, नहीं मिलदियां कितों। आओ भगवान कहते ओए पुत्र किहो जिहा। वो कहता बादशाह मैं नहीं पुत्र मंगया, मैं तो पुत्र मंगया तेरे वर्गा। भगवान कहते मेरे वर्गा तो मैं ही हाँ। कहता फिर यही तो मैं कहना, आ जाओ, यही तो मैं कहना। करदम ऋषि दे घरे कपिल देव ऋषि का अवतार अकाल पुरख वाहिगुरु सी। वो कपिल देव गोविंद राय कहते हैं फतेह चंद मैनी पुत्र किहो जिहा होवे। कहते तेरे वर्गा। जद तेरे वर्गा कहा 10वें पातशाह चुप करके खड़ गए, बोले नहीं है ना। वो कहती गोबिंद राय गरीब नवाज चुप क्यों कर गए। वो कहते माता तो शर्त बड़ी अनोखी रखती, जे नहीं कह दिंदी भी पुत्र दे दियो, पुत्र मैं तेन 2 दे दिंदा अकाल पुरख दे दर तो लेके। पर नाल तैं रखता शर्त भी तेरे वर्गा। माता आने वाले समय च पता की होना, मेरे वर्गा जी ना कोई आया ते ना कोई आवे। मेरे वर्गा जी ना कोई आए ना कोई आवे। आया 10वें गुरां वर्गा आवे। मेरे वर्गा जी मेरे वर्गा जी ना कोई आया ना कोई आवे। मेरे वर्गा जी ना कोई आया ना कोई आवे। ना कोई आया ना कोई आवे, ना कोई आया ना कोई आवे। ना कोई आया ना कोई आवे। ना कोई आया ना कोई आवे। ना कोई आया ना कोई आवे।
मेरे वर्गा जी ना कोई आया ना कोई आवे, मेरे वर्गा जी ना कोई आया ते ना कोई आवे बई। मेरे वर्गा ना कोई आया ना कोई आवे, मेरे वर्गा ना कोई आया ना कोई आवे। माता जी मैं तो इहो जे कर्म करने ने आके, मेरे वर्गा ना कोई आया ना कोई आवेगा। है कोई दसम पातशाह वर्ग अपने पुत्र शहीद करवाते, पौधा महीना नानक शाही मुताबिक चल पिया, प्रातन चलना है, पर 6 पोह नूं सतगुरां ने आनंदपुर का किला त्यागना। पौधा महीना ओदी सरदी कहर दी, उत्तों जमदा कोरा, उत्तों किन्ना कोरा जमदा सी। अपने परिवार नूं, अपने बच्चियां नूं, अपने सिखां नूं नाल लेके 6 पोह नूं अलविदा कहता आनंदपुर लई, सदा लई त्याग, सदा लई। आओ वो दसम पातशाह, वो कलगीधर जिन्हां दा पवित्र जीवन आ रहा है। आपां सिख धर्म च पैदा होए हैं, आपां सतगुरु दी कुर्बानी नूं याद रखो। अपने बच्चों नूं साहबजादियां दी कुर्बानी दसो। 5 साल ते 7 साल दे साहबजादे बच्चे छोटे नीआं च चिणे और सूबे वर्गियां ने किन्ने लालच दिते, माया दिखाई। वो लालच विच आके जे किते 10वें गुर नूं भुल जांदे, अज इतिहास ना रहिंदा। पर वो कहंदे असी केहड़ी शेर दे पुत्र हां, असी नहीं झुकना। इस करके प्यारिओ दसम पातशाह धन गुरु गोबिंद सिंह महाराज, उन्हां दा इतिहास जीवन हिरदे ते वसाओ। उन्हां दी दित्ती हुई सानू एक मर्यादा है, कलयुग विच अमृत छकना, छकाउणा, नाम जपना, जपाउणा। ये सतगुरु ने अपने सिखां नूं बख्शिश की। इस करके आप उसका पवित्र नाम हिरदे ते परोवो। इहो जिहा समा मनुखा जन्म बार बार नहीं मिलता, एक बारी मिले, एक बारी समा लंघ जाए। गुरु नानक जी दरिया के कंढे ते बैठे ने, मरदाने नूं कहंदे आ पानी वल देखता भला, पानी दीयां लहरां जांदियां ने। वो कहंदा सतगुरु समझ नहीं आई। वो कहंदे बाले मरदाने जेड़ा पानी है पत्तन दे नाल लग के लंघ गया ना, पता नहीं ओहां मील दा फर्क पाके फिर भावें आके किते रल जे, पर इहनूं पता नहीं लगना मैं पत्तन दे नाल लग के गया। ओहां मील दा सफर पा जांदा है। इस करके एक वारी दा समा खुंझिया होया मुड़ के हथ नहीं जे आउणा किसी नूं भी, चाहे कोई पुरुष है। इस करके आप गुरु वाले बनने, सतगुरु की बाणी का हिरदे विच याप करो। इस जगह स्टेज नूं दीवाना का समा प्राप्त हुए। तीसरा दीवान
ਸਰਵਣ ਕੀਤਾ ਤੇ ਅੱਜ ਤਕਰੀਬਨ 2 ਦਿਨਾਂ ਨਾਲੋਂ ਸਹੀ ਟਾਈਮ ਅਸੀਂ ਇੱਥੇ ਪਹੁੰਚੇ 7 ਵਜੇ। तो आप संगत थोड़े बहुते लेट होए हो, आप लेट ना हो। 2 दीवान होर ने लाहे प्राप्त करो, गुरु नानक दी बाणी दा आनंद माणो। कई पुरुष पुछदे है भी रात्रि दा दीवान है, ठंड बहुत है पर तुहाडा प्रबंध भी बड़ा है। इस करके ये प्रबंध भी प्रेम नाल है, शरधा नाल है। तुसी आपो अपने समय चों समा कढिया, सतगुरु तुहाडे समय नूं आपदे चरनां च मंजूर करन, लेखे चलाउण। यही समा हर एक दे लई मुक्ति दा कारण बन जाए कि असी सत्संगत कीता सी, सानू किरपा करो आउण जाण दे चक्करां चों बख्श के अपने चरनां च मिलाप दिओ। हुण आनंद साहब दे पाठ 8:30 बज चुके ने, सही टाइम ते आप लाहे प्राप्त करो। धन हो, धन गुरु दियां संगतां, जी आया नो पाई।